ਹੈਗੀ ਹੈ, ਤਾਂ ਆਬਜੈਕਸ਼ਨ ਨੂੰ ਕਲੀਅਰ ਕਰਨਾ ਹੈ। ਬਾਕੀ ਜਿਹੜੇ ਲੋਕ ਇੱਥੇ ਆਉਂਦੇ ਨੇ ਉਹ जब तुसी अपना सारा कुछ फॉर्म भी डॉक्यूमेंट्स भी सब कुछ ऑनलाइन दिता होया है, ਉਹਦੇ ਬਾਅਦ उसी ऑनलाइन एप्लीकेशन ਦੇ बेसिस ਤੇ ਹੀ ਅਫਸਰ ਨੇ डिसीजन लेना है। ਤੇ ਤੁਸੀਂ ਇੱਥੇ ਡੇਲੀ ਆ ਕੇ ਉਹ ਵੀ ਮਜਬੂਰ ਹੋ ਜਾਂਦਾ ਹੈ ਤੁਹਾਨੂੰ ਕਹਿਣ ਦੇ ਲਈ ਕਿ ਤੁਸੀਂ ਫਲਾਨੀ ਕਲਰਕ ਨੂੰ ਮਿਲੋ, ਫਲਾਨੀ ਨੂੰ ਮਿਲੋ, ਕਿਉਂਕਿ ਕਰਨਾ ਤਾਂ ਉਹ ਬੰਦੇ ਨੇ ऑनलाइन ਦੇ बेसिस ਤੇ ਹੀ ਹੈ। ਤੇ ਤੁਸੀਂ ਚੱਕਰ ਲਾ ਕੇ ਕੀ ਕਰਨਾ ਹੈ? ਇੱਥੇ ਇੱਕ ਇਹਨਾਂ ਨੇ ਕਾਊਂਟਰ ਬਣਾਇਆ ਹੋਇਆ ਹੈ, ਜੇ ਕੋਈ ਬੰਦਾ ਇਹੋ ਜਿਹਾ ਆਏਗਾ ਜਿਹਨੂੰ ਬਹੁਤ ਮਜਬੂਰੀ ਹੈ, ਜਿਵੇਂ ਆਪਾਂ ਇਹ ਸਮਝੀਏ ਕਿ ਉਹਨੇ ਸਪੋਜ਼ ਕਿਸੇ ਨੇ ਬਾਹਰ ਜਾਣਾ ਹੈ, ਕਿਸੇ ਨੂੰ ਕੋਈ ਇਸ ਤਰੀਕੇ ਦਾ ਹੈ ਕਿ ਟੈਸਟ ਹੈ, एग्जाम है, ਭਾਵੇਂ ਉਹ ਕਿਸੇ ਨੌਕਰੀ ਦੇ ਲਈ ਐਮਰਜੈਂਸੀ ਹੈਗੀ ਹੈ, ਉਹਦੇ ਲਈ ਉੱਥੇ ਇੱਕ ਕਾਊਂਟਰ ਬਣਾਇਆ ਹੈ ਕਿ ਤੁਸੀਂ ਆਪਣਾ ਨੰਬਰ ਲਿਖਵਾ ਕੇ ਦਿਓ ਕਿ ਇਹ ਵਾਲਾ ਹੈ ਵਿਦ ਰੀਜ਼ਨ ਕਿ ਮੇਰੀ ਇਹ ਮਜਬੂਰੀ ਹੈਗੀ ਹੈ, ਉਹਨੂੰ ਆਪਾਂ ਪ੍ਰਾਇੋਰਿਟੀ ਤੇ ਪਹਿਲਾਂ ਕਲੀਅਰ ਕਰ ਦੇਣੇ ਆ। ਤੇ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਜੇ ADTO ਮੈਨੂੰ ਲੱਗਦਾ ਕਿ ਆ ਜਾਣਗੇ 15 ਤਾਰੀਖ ਤੋਂ ਬਾਅਦ ਇੱਕ ਹਫ਼ਤੇ ਵਿੱਚ, ਤਾਂ ਆਪਣੀ ਕੋਸ਼ਿਸ਼ ਇਹ ਹੈਗੀ ਕਿ ਪੁਰਾਣੀ ਜਿਹੜੀ 8-9 ਹਜ਼ਾਰ ਪੈਂਡੈਂਸੀ ਹੈ ਇਹਨੂੰ ਆਪਾਂ 1.5 ਮਹੀਨੇ ਵਿੱਚ ਕੰਪਲੀਟ ਕਰੀਏ। ਉਹਦੇ ਬਾਅਦ ਜਿੰਨੀ ਡੇਲੀ ਆਵਾ ਕਰੋਗੀ ਉਹੀ ਆਪਾਂ ਨੂੰ ਫਿਰ ਨੈਕਸਟ ਡੇ ਜਿਹੜੀ ਹੈਗੀ ਉਹ ਕੱਢਣੀ ਪਏਗੀ, ਤੇ ਉਸ ਤੋਂ ਫਿਰ ਪਬਲਿਕ ਨੂੰ ਜਿਹੜੀ ਹੈਗੀ ਉਹ ਇੱਥੇ ਜਿੰਨੇ EMPLOYEES ਲੱਗੇ ਹੋਏ ਨੇ ਉਹਦੇ ਵਿੱਚੋਂ ਕੁਝ ਆਊਟਸੋਰਸਿੰਗ ਦੇ EMPLOYEES ਨੇ ਤੇ ਕੁਝ ਸਰਕਾਰੀ ਕਰਮਚਾਰੀ ਨੇ ਜਿਹੜੇ ਕਿ ਪਰਮਾਨੈਂਟ ਹੈਗੇ ਆ। ਜਿਹੜਾ ਅਧਿਕਾਰ ਕਾਨੂੰਨੀ ਤੌਰ ਤੇ ਦਿੱਤਾ ਜਾ ਸਕਦਾ ਹੈ ਉਹ ਸਿਰਫ ਸਰਕਾਰੀ ਜਿਹੜਾ ਪਰਮਾਨੈਂਟ EMPLOYEE ਹੈ ਉਹਨੂੰ ਹੀ ਦਿੱਤਾ ਜਾ ਸਕਦਾ। ਉਹ ਸਾਡੇ ਕੋਲ ਬਹੁਤ ਘੱਟ ਹੈ, ਜਿਵੇਂ ਪਹਿਲੇ ਵੀ ਕਿਹਾ ਇੱਥੇ 15-20 EMPLOYEES ਨੇ, ਬਟ ਉਹਦੇ ਵਿੱਚੋਂ ਮੈਨੂੰ ਲੱਗਦਾ 2-3 ਤੋਂ ਵੱਧ ਜਿਹੜੇ ਹੈਗੇ 2-4 ਤੋਂ ਵੱਧ परमानेंट वाले नहीं है, तो इस करके लॉग इन सिर्फ उन्होंने ही बन सकते हैं। ਜਿਹੜੇ ਬਾਕੀ ਆਊਟਸੋਰਸਿੰਗ ਵਾਲੇ हैं ਉਹਨਾਂ ਦੇ ਕੋਲ लॉग इन नहीं है, तो इस करके वो काम नहीं कर सकते होते थे। वो ਜਿਹੜੇ 1-2 क्लर्क है, मैं पहला भी कहा कि 2-4 ही अपने कोल क्लर्क ने, ਉਹੀ ਵਾਲਾ ਜਿੰਨੇ ਵੀ ਮੋਟਰ ਵਹੀਕਲ ਕਲੇਮਸ ਹੁੰਦੇ ਨੇ, ਕੋਰਟਾਂ ਵਿੱਚ ਕੇਸਿਸ ਚੱਲਦੇ ਨੇ, ਹਰ ਥਾਂ ਤੇ ਉਹਨਾਂ ਨੂੰ ਹੀ ਕੋਰਟ ਵੀ ਜਾਣਾ ਪੈਂਦਾ ਹੈ। ਹੁਣ ਉਹ ਰੂਮ ਉਹ ਬੰਦੇ ਦਾ ਹੈ, ਉਹਦੇ ਵਿੱਚ ਉਹਦਾ ਰਿਕਾਰਡ ਵੀ ਹੈ ਸਾਰਾ ਇੰਪੋਰਟੈਂਟ, ਜਿੰਨੇ ਵੀ ਬੰਦੇ ਨੇ ਕੋਈ ਐਪਲੀਕੇਸ਼ਨ ਦਿੱਤੀ ਹੋਈ ਹੈ ਉਹ ਵੀ ਉੱਥੇ ਹੀ ਪਈ ਹੋਈ ਹੈ, ਤੇ ਉਹਦੀ ਆਪਣੀ ਪਰਸਨਲ ਜ਼ਿੰਮੇਵਾਰੀ ਹੈ। ਜੇ ਕੱਲ ਨੂੰ ਕੋਈ ਡਾਕੂਮੈਂਟ ਉਹਦੇ ਵਿੱਚੋਂ ਗੁੰਮ ਹੋ ਜਾਂਦਾ ਹੈ ਤਾਂ ਉਹਦੀ ਜ਼ਿੰਮੇਵਾਰੀ ਹੈ। ਤੇ ਇਸ ਕਰਕੇ ਉਹ ਮੋਸਟਲੀ ਮੈਨੂੰ ਇਹ ਲੱਗਦਾ ਹੈ ਕਿ ਕਿਉਂਕਿ ਉਹ ਕੋਰਟ ਕੇਸਿਸ ਵਿੱਚ ਆਲਮੋਸਟ ਡੇਲੀ ਹਫਤੇ ਵਿੱਚ 1-2-3 ਦਿਨ ਉਹਨਾਂ ਨੂੰ ਜਾਣਾ ਹੀ ਪੈਂਦਾ ਹੈ ਕੋਰਟ ਦੇ ਚੱਕਰ ਲਾਉਣ ਦੇ ਲਈ, ਤੇ ਇਹ ਉਸ ਤਰ੍ਹਾਂ ਨਾਲ ਹੀ ਉਹ ਉਹਨਾਂ ਨੂੰ ਬੰਦ ਕਰਨਾ ਪੈਂਦਾ ਹੈ। ਪਰ ਫਿਰ ਵੀ ਆਪਾਂ ਮੈਂ ਜਿਵੇਂ ਕਿਹਾ ਕਿ ਆਪਾਂ ਇੱਕ ਵਿੰਡੋ ਬਣਾਈ ਹੋਈ ਹੈ ਜਿੱਥੇ ਤੁਸੀਂ ਆਪਣਾ ਨੋਟ ਕਰਾ ਸਕਦੇ ਹੋ। ਦੇਖੋ ਤੁਹਾਡਾ ਤਾਂ ਕੋਈ ਪੁਆਇੰਟ ਹੀ ਨਹੀਂ ਹੈ ਕਿ ਤੁਸੀਂ ਕੁਲਵਿੰਦਰ ਨੂੰ ਜਾਂ ਕਿਸੇ ਹੋਰ ਨੂੰ ਮਿਲੋ, ਕਿਉਂਕਿ ਉਹ ਕੋਈ ਪੁਆਇੰਟ ਹੈ ਹੀ ਨਹੀਂ, ਉਹਦੇ ਮਿਲਣ ਦੀ ਲੋੜ ਹੀ ਨਹੀਂ ਹੈਗੀ ਆ। ਤੁਹਾਡਾ ਜਿਹੜਾ ਤੁਸੀਂ ਆਨਲਾਈਨ ਸਬਮਿਟ ਕੀਤਾ ਹੋਇਆ ਹੈ ਉਹਦੇ ਬੇਸਿਸ ਤੇ ਹੀ ਫੈਸਲਾ ਹੋਣਾ ਹੈ। ਹੁਣ ਕਿਸੇ ਕਲਰਕ ਨੂੰ ਮਿਲ ਕੇ ਤਾਂ ਕੁਝ ਹੋਣਾ ਨਹੀਂ। ਆਪਾਂ ਪਹਿਲਾਂ ਹੀ ਕਿਹਾ ਕਿ ਆਪਾਂ ਇੱਕ ਫੈਸਿਲਿਟੇਸ਼ਨ ਕਾਊਂਟਰ ਦਿੱਤਾ ਹੋਇਆ ਹੈ ਕਿ ਕਿਸੇ ਨੂੰ ਬਹੁਤ ਹੀ ਮਜਬੂਰੀ ਹੈ ਉੱਥੇ ਆਪਣਾ ਨੰਬਰ ਲਿਖਵਾ ਦਿਓ। ਉਹਦੇ ਤੇ ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਉਹਨਾਂ ਨੂੰ 1-2 ਦਿਨਾਂ ਵਿੱਚ ਪਹਿਲਾਂ ਪ੍ਰਾਇੋਰਟੀ ਤੇ ਉਹਨੂੰ ਕਲੀਅਰ। EMPLOYEES ਉਹ 2-4 ਹੀ ਹੈ, ਹੁਣ ਬਾਕੀ ਜਿੰਨਾ ਵੀ ਹੈ ਉਹ ਆਊਟਸੋਰਸਿੰਗ ਸਟਾਫ ਹੈ। ਉਹਨੂੰ ਕੋਈ ਮਿਲਣ ਜਾਊਗਾ ਤਾਂ ਉਹ ਇਹੀ ਕਹੂਗਾ ਕਿ ਜੀ ਜਾ ਕੇ ਕੁਲਵਿੰਦਰ ਨੂੰ ਮਿਲ ਰੋ, ਉਹ ਹੈ ਕਿਉਂਕਿ ਉਹ ਪਰਮਾਨੈਂਟ EMPLOYEES ਹੈ, ਉਹਨਾਂ ਨੂੰ ਪਤਾ ਹੋਗਾ ਕਿ ਲੌਗਇਨ ਵਿੱਚ ਇਹਦਾ ਐਪਲੀਕੇਸ਼ਨ ਕਿੱਥੇ ਪੈਂਡਿੰਗ ਹੈ, ਕੀ ਹੋਣਾ ਹੈ। ਦੀ ਜੇ ਪੈਂਡੈਂਸੀ ਹੋਏ तो 10 बंदे तो जरूर आएंगे, 10-15 बंदे तो जरूर आएंगे। तो उसके बेसिस पे तो आप आइए ना डिसाइड करिए ना कि ऑफिसर काम नहीं कर रहा है। जो वो डेली 500 कट रहा है एप्लीकेशन, 600 एप्लीकेशन डेली कट रहा है, उन्होंने तो तुसी देख नहीं रहे हो जिन्हों का घर बैठे भी काम हो ही गया। जे 600 उन्होंने कढ़ी, तुसी 10 देख रहे हो जो इत्थे आ गए। ਜਿਹੜੇ 600 घर बैठे जिन्हों का काम हो गया वो तो कोई 10 नहीं रहा ना। ਵਿੱਚ ਦੇਖੋ ਸਰਕਾਰੀ ਮੁਲਾਜ਼ਮ ਜਦੋਂ ਕੰਮ ਕਰਦਾ ਤੁਸੀਂ ਇਹ ਕਹਿੰਦੇ ਹੋ ਕਿ ਪ੍ਰਾਈਵੇਟ ਸੈਕਟਰ ਵਿੱਚ ਇਸ ਤਰੀਕੇ ਦਾ ਕਦੀ ਗਲਤੀ ਨਹੀਂ ਹੋ ਸਕਦੀ, ਕਲੈਰੀਕਲ ਐਰਰ ਕਦੀ ਵੀ ਨਹੀਂ ਹੋ ਸਕਦਾ। ਇੱਕ ਲੌਗਇਨ ਹੁੰਦਾ ਹੈ ਜਿਹਦੇ ਵਿੱਚ ਤੁਸੀਂ ਜਿਹੜਾ ਡ੍ਰੌਪ ਡਾਊਨ ਮੈਨੂ ਹੈ ਉਹਦੇ ਵਿੱਚੋਂ ਪਿਕ ਕਰਦੇ ਹੋ, ਤੇ ਜੇ ਤੁਸੀਂ 18000 ਕਰ ਰਹੇ ਹੋ, 18000 ਵਿੱਚ ਤੁਸੀਂ ਇਹ ਕਹਿੰਦੇ ਹੋ ਕਿ ਇੱਕ ਵੀ ਗਲਤੀ ਨਹੀਂ ਹੋ ਸਕਦੀ, ਇਹ ਤਾਂ ਫਿਰ ਭਗਵਾਨ ਹੀ ਹੋ ਗਏ ਸਾਰੇ। ਗਲਤੀ ਹੋ ਜਾਂਦੀ ਹੈ। ਉਹਦੇ ਵਿੱਚ ਫਿਰ ਪ੍ਰੋਬਲਮ ਕੀ ਹੈਗੀ ਕਿ ਪੋਰਟਲ ਵਿੱਚ ਕੁਝ ਇਸ ਤਰੀਕੇ ਦੀਆਂ ਚੀਜ਼ਾਂ ਨੇ ਜਿੱਥੇ ਲੋਕਲ ਲੈਵਲ ਤੇ ਉਹਦਾ ਕੰਟਰੋਲ ਨਹੀਂ ਹੈ। ਜੇ ਸਪੋਜ਼ ਤੁਸੀਂ ਕਰ ਦਿੰਦੇ ਹੋ, ਕਿਉਂਕਿ ਉਹਦਾ ਕੰਟਰੋਲ ਜਿਹੜਾ ਹੈਗਾ, ਜੇ ਤੁਸੀਂ ਇੱਕ ਵਾਰੀ ਉੱਥੇ ਫਾਈਨਲ ਕਰ ਦਿਆ, ਉਹਦਾ ਅਪਰੂਵ ਕਰ ਦਿੱਤਾ, ਉਹਦੇ ਬਾਅਦ ਉਹਦੀ ਟਿਕਟ ਬਣਦੀ ਹੈ ਜੋ ਜਿਹੜਾ ਸੈਂਟਰਲ ਹੈ ਪੰਜਾਬ ਲੈਵਲ ਤੇ ਉੱਥੇ ਚੇਂਜ ਕਰਾਉਣਾ ਪੈਂਦਾ ਹੈ। ਤੇ ਉਹਦੇ ਵਿੱਚ ਬਾਰ-ਬਾਰ ਬੰਦਾ ਆਊਗਾ ਵੀ ਜੇ ਇਹਨਾਂ ਨੇ ਤਾਂ ਟਿਕਟ ਰੇਜ਼ ਕਰ ਲਈ, ਉੱਥੇ ਸਿਰਫ ਇਹਨਾਂ ਦਾ ਹੀ ਨਹੀਂ ਪੂਰੇ ਪੰਜਾਬ ਦੇ ਜਿਤਨੇ ਵੀ SDM ਆਫਿਸਸ ਨੇ ਸਭ ਦਾ ਟਿਕਟ ਜਾਂਦਾ ਹੈ ਕਿ ਜੀ ਸਾਡੀ ਇਹਦੇ ਵਿੱਚ ਇਹ ਗਲਤੀ ਹੋਈ, ਇਹਨੂੰ ਕਰੈਕਟ ਕਰ ਦਿਓ। ਉਹਦੇ ਵਿੱਚ ਕਦੀ ਸਮਾਂ ਲੱਗ ਜਾਂਦਾ ਹੈ, ਉਹ ਤਾਂ ਇਹਦੇ ਹੱਥ ਤੋਂ ਹੀ ਬਾਹਰ ਹੈ। ਪਰ ਇਸ ਤਰੀਕੇ ਦੇ ਕੇਸਿਸ ਇੱਕਾ ਦੁੱਕਾ ਹੁੰਦੇ ਨੇ। ਹੋਰ ਉਸ ਤੋਂ ਇਲਾਵਾ ਵੀ ਇਹ ਵੀ ਤੁਸੀਂ ਦੇਖ ਸਕਦੇ ਹੋ ਕਦੀ ਇਹ ਵੀ ਹੋ ਜਾਂਦਾ ਕਿ ਪੁਰਾਣਾ ਵਾਲਾ ਨੰਬਰ ਜਿਹੜਾ ਬੰਦੇ ਦੇ ਕੋਲ ਸੀ ਉਹ ਰਿਫਲੈਕਟ ਹੀ ਨਹੀਂ ਹੋ ਰਿਹਾ ਸੀ, ਉਹ ਪੋਰਟਲ ਤੇ ਕੋਈ ਪਿਆ ਹੀ ਨਹੀਂ ਸੀ, ਬਹੁਤ ਸਾਰੇ ਸੀਗੇ, ਉਹਦੇ ਬੇਸਿਸ ਤੇ ਨਏ ਦੇ ਬੇਸਿਸ ਤੇ ਉਹ ਨੰਬਰ ਅਲਾਟ ਹੋ ਗਿਆ। फिर बंदा ये कंपेयर करता है, देखो मेरा वाला पुराने स्कूटर का नंबर है पर ये किसी होर में अलॉट हो गया है, तो तुसी अपने कदी ना रजिस्ट्रेशन दी रिन्यूअल कराई है ना कुछ कराया, वो पोर्टल से दिसदा ही नहीं सी। उन्होंने किवें पता? क्योंकि वो तो सारा कागजी रिकॉर्ड सी, आज तो 30 साल पुराना 20 साल पुराना रिकॉर्ड तो सारा कागजां में सी, ओदा तो किसी ने वेरीफाई नहीं किया कि जी वो पोर्टल से तो पिया ही नहीं है जी। तो पोर्टल ने जब भी नंबर जनरेट करना है वो तो नवा नंबर उन्होंने तो पता भी नहीं है कि एक और नंबर इस तो पहला जारी हो रखा है। ਇਹ ਵੀ ਨੰਬਰ ਹੈ ਜਿਹੜਾ ਪਹਿਲਾਂ पोर्टल ਤੇ ਚੜਿਆ ਹੋਇਆ तो उस तो बाद वो फिर होर मोटरसाइकिल नहीं वो नॉर्मली ਇਹਦੇ ਵਿੱਚੋਂ ਨਹੀਂ वो पिक नहीं करेगा, डबल नंबर ਜਿਹੜਾ है वो कभी पोर्टल पिक नहीं करता। ਉਹਦੇ ਵਿੱਚੋਂ ਜ਼ਰੂਰ ਇਹ ਹੋਏਗਾ ਕਿ ਜਾਂ ਤਾਂ ਕੋਈ ਨੰਬਰ ਦਾ ਕੋਈ ਗਲਤੀ ਪਈ ਹੋਗੀ ਜਾਂ ਫਿਰ ਇੱਕ ਨੰਬਰ ਜਿਹੜਾ ਹੈਗਾ ਲੀਗੇਸੀ ਡੇਟ 1.5 ਮਹੀਨਾ
ਸ਼ਾਂਤੀ ਨਾਲ, ਜੇ ਕਿਸੇ ਨੂੰ ਬਹੁਤ ਮਜਬੂਰੀ ਹੈ ਆਫਿਸ ਜ਼ਰੂਰ ਆਓ, ਉੱਥੇ ਨੋਟ ਕਰਾਓ, ਪਰ ਅਨਨੈਸੈਸਰੀਲੀ ਦਫ਼ਤਰ ਦੇ ਚੱਕਰ ਨਾ ਮਾਰੋ, ਅਨਨੈਸੈਸਰੀ ਨਾ ਮਾਰੋ, ਸਬਰ ਕਰੋ। ਮਹੀਨਾ ਡੇਢ ਮਹੀਨੇ ਵਿੱਚ ਮੈਨੂੰ ਇਹ ਲੱਗਦਾ ਹੈ ਕਿ ਇਹ ਬਿਲਕੁਲ ਸਮੂਥ ਹੋ ਜਾਏਗਾ। ਦੇਖੋ ਇੱਕ 2 ਸਾਲ ਦੀ ਪੈਂਡੈਂਸੀ ਹੈ, ਸਾਡੇ ਇਖਤਿਆਰ ਵਿੱਚ ਵੀ ਨਹੀਂ ਸੀਗਾ ਕਿ ਮੈਂ ਕੁਝ ਉਹਦੇ ਵਿੱਚ ਕਰ ਸਕਦਾ, ਕਿਉਂਕਿ ਆਫਿਸਰ ਲੱਗਿਆ ਹੋਇਆ ਸੀ, ਉਹਦੀ ਹੈਲਥ ਦੇ ਕਾਰਨ ਕਰਕੇ ਉਹ ਲੀਹ ਤੇ ਚਲਾ ਗਿਆ, ਕੰਮ ਨਹੀਂ ਕਰ ਪਾਇਆ। ਮੈਂ ਆਪਾਂ ਕੋਸ਼ਿਸ਼ ਇਹ ਕਰਾਂਗੇ ਕਿ 1.5 ਮਹੀਨੇ ਵਿੱਚ ਇਹ ਸਮੂਥ ਸਾਰਾ ਸਿਸਟਮ ਜਿਹੜਾ ਹੈਗਾ ਸਮੂਥ ਹੋ ਜਾਏ। ਇੱਕ ਕਾਊਂਟਰ ਬਣਿਆ ਹੋਇਆ ਹੈ ਫੈਸਿਲਿਟੇਸ਼ਨ ਕਾਊਂਟਰ, ਉਹਦੇ ਵਿੱਚ ਜਾ ਕੇ ਆਪਣਾ ਜਿਹਨੂੰ ਬਹੁਤ ਮਜਬੂਰੀ ਹੈ ਉੱਥੇ ਨੋਟ ਕਰਾ ਲੇ, ਕਿਸੇ ਹੋਰ ਨੂੰ ਮਿਲਣ ਦੀ ਲੋੜ ਨਹੀਂ ਹੈ। ਉੱਥੇ ਆਪਣਾ ਰੀਜ਼ਨ ਦੱਸ ਦੇਣ ਕਿ ਮੇਰੀ ਇਹ ਮਜਬੂਰੀ ਹੈਗੀ ਹੈ, ਇਸ ਕਰਕੇ ਮੈਨੂੰ ਅਰਜੈਂਟਲੀ ਚਾਹੀਦਾ ਹੈ। ਉਹ ਆਪਾਂ ਨੂੰ ਕੋਸ਼ਿਸ਼ ਕਰਾਂਗਾ ਕਿ 1-2 ਦਿਨਾਂ ਵਿੱਚ ਉਹਨਾਂ ਦਾ ਕਰਵਾ ਦਈਏ। ਪਰ ਇਹ ਜ਼ਰੂਰ ਹੈ ਕਿ ਕੋਈ ਏਜੰਟ ਆਊਗਾ ਔਰ ਉਹ 10-10 15-15 ਨੰਬਰ ਲਿਖਾ ਹੋਊਗਾ, ਉਹ ਆਪਾਂ ਉੱਥੇ ਕੰਸੀਡਰ ਨਹੀਂ ਕਰਾਂਗੇ। ਸਿਰਫ ਉਹੀ ਬੰਦਾ ਜਿਹਨੂੰ ਖੁਦ ਮਜਬੂਰੀ ਹੈਗੀ ਹੈ ਉਹ ਉੱਥੇ ਆਵੇ, अपना नाम लिखाए, नंबर लिखाए, की मजबूरी है वो नोट कराए, आप उन्होंने प्रायोरिटी के लिए करें। अदरवाइज रूटीन में 500-800 निकल जाते हैं, उन्होंने हो ही जाती है, बाकी पब्लिक को परेशान होने की लोड़ नहीं।